ਜੀ ਨਾਜ਼ਰੀਨ, ਤੁਸੀਂ ਜੁੜ ਚੁੱਕੇ ਹੋ ਹਸਤਾ ਵਸਤਾ ਪਾਕਿਸਤਾਨ ਟੀਵੀ ਇੰਟਰਨੈਸ਼ਨਲ ਨਾਲ। ਤੇ ਅੱਜ ਤੁਹਾਨੂੰ ਅਸੀਂ ਪਾਕਿਸਤਾਨ ਲੈ ਕੇ ਚੱਲਾਂਗੇ ਚਵਿੰਡਾ, ਜਿਹੜਾ ਇੱਕ ਤਾਰੀਖੀ ਸ਼ਹਿਰ ਹੈ, ਕਸਬਾ ਹੈ। ਉਹ ਉੱਥੇ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਸੈਯਦ ਫੂਲ ਪੀਰ ਸ਼ਾਹ ਸਾਹਿਬ ਨਾਲ, ਜਿਹੜੇ ਪੰਜਾਬੀ ਕੌਮੀ ਮੁਹਾਜ਼ ਦੇ ਉੱਤੇ ਕੰਮ ਕਰਦੇ ਨੇ। ਉਹਨਾਂ ਦੀ ਇੱਕ ਜਮਾਤ ਹੈ ਤੇ ਉਹਨਾਂ ਨਾਲ ਰਾਬਤਾ ਕਰਾਉਂਦੇ ਆ। ਬੜੀ ਮਾਸ਼ਾਅੱਲਾ ਮਸ਼ਹੂਰ ਮਾਰੂਫ ਸ਼ਖਸੀਅਤ ਹੈ। ਉਹਨਾਂ ਦਾ ਇੱਕ ਆਪਣੇ ਇਲਾਕੇ 'ਚ ਮਕਾਮ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਜੀ। ਅਸਲਾਮ ਵਾਲੇਕਮ। वालेकुम अस्सलाम। की हाल है भाई? ठीक ठाक हो? ठीक है अलहमदुल्ला। शाह साहब हाल है ਤੁਹਾਡਾ? सच सब अल्लाह का शुक्र है, दुआ चाहिए। ਅੱਛਾ ਸ਼ਾਹ ਸਾਹਿਬ, ਇੱਕ ਤੇ ਤੁਸੀਂ ਆਪਣੀ ਨਾ ਜਮਾਤ ਦਾ ਥੋੜਾ ਜਿਹਾ ਤਾਰਫ ਕਰਾਓ ਕਿ ਜਿਹੜਾ ਪੰਜਾਬੀ ਕੌਮੀ ਮੁਹਾਜ਼ ਹੈ ਇਹਦਾ ਕੀ ਮਿਸ਼ਨ ਕੀ ਹੈ? ਬੁਨਿਆਦੀ ਤੌਰ ਤੇ ਪੰਜਾਬੀ ਕੌਮੀ ਮੁਹਾਜ਼ ਦਾ ਮਿਸ਼ਨ ਹੈ ਪੰਜਾਬੀ ਕੌਮ ਦੇ ਵਿੱਚ ਆਪਣੀ ਜ਼ੁਬਾਨ ਤੇ ਆਪਣੀ ਰਹਿਤਲ ਨਾਲ ਪਿਆਰ ਦੇ ਜਜ਼ਬੇ ਨੂੰ ਉਜਾਗਰ ਕਰਨਾ। ਔਰ ਸਾਡੀ ਜਦੋਜਹਿਦ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਜ਼ਰੀਏ ਤਾਲੀਮ ਬਣਾਇਆ ਜਾਏ। ਔਰ ਪਾਕਿਸਤਾਨ ਦੀ ਵਹਿਦਤ ਦੇ ਵਿੱਚ ਰਹਿੰਦੇ ਹੋਇਆ ਪੰਜਾਬ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ ਜਿਹੜਾ ਸਾਡਾ ਸ਼ੇਅਰ ਬਣਦਾ ਹੈ ਵਫਾਕ ਦੀ ਆਮਦਨ 'ਚ, ਉਹ ਸਾਨੂੰ ਪੂਰਾ ਮਿਲਣਾ ਚਾਹੀਦਾ ਹੈ। ਔਰ ਪੰਜਾਬ ਦਾ ਪੈਸਾ ਪੰਜਾਬ ਤੇ ਲੱਗਣਾ ਚਾਹੀਦਾ ਹੈ। ਔਰ ਜਿਵੇਂ ਦੂਸਰੇ ਸੂਬਿਆਂ ਦੇ ਵਿੱਚ ਮਕਾਮੀ ਜ਼ਬਾਨਾਂ ਜਿਹੜੀਆਂ ਨੇ ਉਹ ਆਫੀਸ਼ੀਅਲ ਜ਼ਬਾਨਾਂ ਦਾ ਦਰਜਾ ਰੱਖਦੀਆਂ ਨੇ, ਉਹਨਾਂ ਦੀ ਤਾਲੀਮ ਦਿੱਤੀ ਜਾਂਦੀ ਹੈ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਪਹਿਲੀ ਤੋਂ ਲੈ ਕੇ ਗ੍ਰੈਜੂਏਸ਼ਨ ਲੈਵਲ ਤੱਕ ਪੰਜਾਬੀ ਨੂੰ ਜ਼ਰੀਏ ਤਾਲੀਮ ਬਣਾਇਆ ਜਾਏ। ਔਰ ਚूंकि 60% पाकिस्तान का 60% पंजाब है और तकरीबन पाकिस्तान की आबादी का 80% लोग वो ने ਜਿਹੜੇ ਪੰਜਾਬੀ ਬੋਲ ਸਕਦੇ ਨੇ, ਸਮਝ ਸਕਦੇ ਨੇ। ਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਨੂੰ ਨਾਫਜ਼ ਕੀਤਾ ਜਾਏ। ਅੱਛਾ, ਬਹੁਤ ਅੱਛੀ ਤੁਹਾਡੀ ਸੋਚ ਹੈ ਤੇ ਇਹ ਸੋਚ ਨੂੰ ਲੈ ਕੇ ਚੱਲਣਾ ਵੀ ਚਾਹੀਦਾ। ਸਾਨੂੰ ਆਪ ਪਤਾ ਹੈ ਸਾਡਾ ਆਪਣਾ ਤਾਲੁਕ ਪੰਜਾਬ ਤੋਂ ਹੈ, ਪੰਜਾਬੀ ਘਰਾਨਾ, ਮਗਰ ਅਸੀਂ ਜਿਉਂ-ਜਿਉਂ ਵਕਤ ਦੇ ਨਾਲ ਨਾਲ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨਾਲ ਅਸੀਂ ਉਰਦੂ ਬੋਲਦੇ ਆ, ਉਹ ਪੰਜਾਬੀ ਨਾਲ ਮੁਤਾਰਫ ਨਹੀਂ ਹੋ ਰਹੇ ਬੱਚੇ ਜਿਹੜੇ ਨਾ। ਤੇ ਐਸਾ ਪੰਜਾਬੀ ਤੇ ਬਿਲਕੁਲ ਪਿੱਛੇ ਰਹਿ ਜਾਏਗੀ। ਬਿਲਕੁਲ ਜੀ, ਇਹ ਤੇ ਜ਼ਾਹਿਰ ਕਿ ਆਪਣੀ ਹੱਥੀਂ ਆਪਣੀ ਮਾਂ ਬੋਲੀ ਨੂੰ ਮਾਰਨ ਵਾਲੀ ਗੱਲ ਹੈ, ਆਪਣੀ ਨਸਲ ਨੂੰ ਗੂੰਗਾ ਕਰਨ ਵਾਲੀ ਗੱਲ ਹੈ। ਤੇ ਬਿਲਕੁਲ ਲਤੀਫੇ ਵਾਲੀ ਗੱਲ ਹੈ ਨਾ ਕਿ ਸਾਡੀ ਕੌਮ ਪੰਜਾਬੀ ਹੈ ਤੇ ਸਾਨੂੰ ਜ਼ੁਬਾਨ ਪੰਜਾਬੀ ਬੋਲੀ ਨਾ ਆਉਂਦੀ ਹੋਏ। ਬੇਸਿਕਲੀ ਪੰਜਾਬੀ ਜ਼ੁਬਾਨ ਜਿਹੜੀ ਉਹ ਫਖਰ ਦੇ ਤੌਰ ਤੇ ਸਾਡਾ ਫਖਰ ਹੈ। ਔਰ ਇਹਨੂੰ ਬੋਲ ਕੇ, ਇਹਨੂੰ ਪੜ੍ਹ ਕੇ, ਇਹਨੂੰ ਲਿਖ ਕੇ ਹਰ ਪੰਜਾਬੀ ਨੂੰ ਫਖਰ ਹੋਣਾ ਚਾਹੀਦਾ। ਅੱਜ ਮੁਸਲਮਾਨਾਂ ਦੇ ਵਿੱਚ ਤੀਸਰੀ ਵੱਡੀ ਜ਼ੁਬਾਨ ਪੰਜਾਬੀ ਹੈ। ਤੀਸਰੀ ਵੱਡੀ ਸਭ ਤੋਂ ਜ਼ਿਆਦਾ ਤਾਦਾਦ ਮੁਸਲਮਾਨਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਹੈ। ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਪੰਜਾਬੀ ਹੈ। ਔਰ ਹੁਣ ਤਾਂ ਤੁਹਾਡੇ ਕੈਨੇਡਾ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਦਾ ਦਰਜਾ ਹਾਸਲ ਹੈ ਪੰਜਾਬੀ ਨੂੰ। ਅੱਛਾ ਤੇ ਸਿਰਫ ਪਾਕਿਸਤਾਨ ਦੇ ਵਿੱਚ ਪੰਜਾਬੀ ਨੂੰ ਜਿਹੜਾ ਉਹ ਪਿੱਛੇ ਸੁੱਟਿਆ ਜਾ ਰਿਹਾ। ਔਰ ਖਾਲਿਸਤਾਨ ਹਕੂਮਤੀ ਸਰਪ੍ਰਸਤੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ। ਪੰਜਾਬੀ ਦੇ ਖਿਲਾਫ ਨੈਗੇਟਿਵ ਪ੍ਰੋਪੇਗੈਂਡਾ, ਮੀਡੀਆ ਵਾਰ ਔਰ ਲੋਕਾਂ ਨੂੰ ਪ੍ਰੀ ਪਲਾਨ ਜਿਹੜਾ ਆਪਣੀ ਜ਼ੁਬਾਨ ਤੋਂ ਦੂਰ ਕੀਤਾ ਜਾ ਰਿਹਾ। ਔਰ ਅਸੀਂ ਇਸ ਚੀਜ਼ ਦੀ ਮਜ਼ਮਤ ਕਰਨੇ ਆ ਔਰ तमाम ਪੰਜਾਬੀ ਕੌਮ ਅੱਗੇ ਬੇਨਤੀ ਕਰਨੇ ਆ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ। ਅੱਛਾ, ਫਖਰ ਦੇ ਤੌਰ ਤੇ ਪੰਜਾਬੀ ਬੋਲਣ। ਸਾਡੀ 5000 ਸਾਲ ਪੁਰਾਣੀ ਜ਼ੁਬਾਨ ਹੈ। ਦੁਨੀਆ ਦੀ ਕਦੀਮ ਜ਼ੁਬਾਨਾਂ 'ਚ ਪੰਜਾਬੀ ਦਾ ਸ਼ੁਮਾਰ ਹੈ। ਔਰ ਅੱਜ ਤੋਂ 5000 ਸਾਲ ਪਹਿਲਾਂ ਵੀ ਹੜੱਪਾ ਚਲੇ ਜਾਓ ਤੇ ਹੜੱਪਾ ਦੀ ਤਾਰੀਖ ਨੂੰ ਦੇਖੋ ਤੇ ਪੰਜਾਬੀ ਉਦੋਂ ਵੀ ਦੁਨੀਆ ਦੀ ਮੋਸਟ ਸਿਵਲਾਈਜ਼ਡ ਨੇਸ਼ਨ ਸੀ। ਤੇ ਅੱਜ ਪੰਜਾਬੀ ਬੁਰੇ ਕਿਵੇਂ ਹੋ ਗਏ? ਅੱਜ ਪੰਜਾਬੀ ਜ਼ੁਬਾਨ ਮਾੜੀ ਕਿਉਂ ਹੋ ਗਈ? ਪਤਾ। ਅੱਛਾ ਸ਼ਾਹ ਸਾਹਿਬ, ਅਸੀਂ ਅੱਜ ਤੋਂ 100 ਸਾਲ ਪਹਿਲੇ ਜਾਂ ਪਿੱਛੇ ਦੇ ਜੈਸਾ ਕਾਇਦ ਆਜ਼ਮ ਦੇ ਜਲਸੇ ਵੇਖੀਦੇ ਨੇ ਜਾਂ ਕੋਈ ਹੋਰ ਦੇਖੀ ਦੇ, ਉੱਥੇ ਸਾਡੇ ਮਾਸ਼ਾਅੱਲਾ ਬਹੁਤ ਜ਼ਿਆਦਾ ਜਿਹੜੇ ਉਹ ਦੋਸਤ ਹੁੰਦੇ ਸੀ। ਇੱਕ ਸਕਾਫਤ ਸੀ ਸਾਡੀ, ਇੱਕ ਪਗੜੀ ਪਹਿਚਾਨ ਸੀ। ਅੱਜ ਤੁਸੀਂ ਤੇ ਅੱਲਾਹ ਫਜ਼ਲ ਨਾਲ ਪਹਿਚਾਨ ਲੈ ਕੇ ਨਾਲ ਚੱਲਦੇ ਵੀ ਉਹ ਤੁਹਾਡੀ ਮਾਸ਼ਾਅੱਲਾ ਬਹੁਤ ਪਿਆਰੀਆਂ ਪਿਕਚਰ ਵੀ ਹੁੰਦੀਆਂ ਨੇ, ਜਾਂ ਜਦੋਂ ਤੁਹਾਨੂੰ ਦੇਖੀਦਾ ਤੁਸੀਂ ਇਹ ਪਗੜੀ ਦੇ ਨਾਲ ਹੁੰਦੇ ਹੋ, ਪਹਿਚਾਨ ਇੱਕ ਪੰਜਾਬ ਦੀ ਨਾ। ਤੇ ਇਹਦਾ ਵੀ ਰਿਵਾਜ ਬਿਲਕੁਲ ਖਤਮ ਨਹੀਂ ਹੋ ਗਿਆ? ਖਤਮ ਤਾਂ ਨਹੀਂ ਹੋਇਆ ਲੇਕਿਨ ਬਹੁਤ ਜ਼ਿਆਦਾ ਘਟ ਗਿਆ ਹੈ। ਉਹਦੀ ਵਜ੍ਹਾ ਇਹ ਨਾ ਕਿ ਜਦੋਂ ਚੀਜ਼ਾਂ ਰਿਪੀਟ ਨਹੀਂ ਹੁੰਦੀਆਂ, ਬੱਚੇ ਆਪਣੇ ਵੱਡਿਆਂ ਨੂੰ ਪੱਗ ਬੰਨ੍ਹਦਿਆਂ ਨਹੀਂ ਵੇਖਦੇ ਤੇ ਉਹ ਬਿਲਕੁਲ ਜ਼ਾਹਿਰ ਉਸ ਚੀਜ਼ ਤੋਂ ਦੂਰ ਹੋਈ ਜਾਂਦੇ ਨੇ। ਜਦੋਂ ਰਸਮ ਦੇ ਵਿੱਚ ਆ ਜਾਏ, ਘਰ ਦੇ ਵਿੱਚ ਘਰ ਦਾ ਵੱਡਾ ਪੱਗ ਬੰਨ੍ਹਦਾ ਪਿਆ ਤੇ ਫਿਰ ਦੇਖੋ ਦੇਖੀ ਬੱਚਿਆਂ ਨੂੰ ਵੀ ਉਹਦੇ ਨਾਲ ਉਨਸੀਅਤ ਪੈਦਾ ਹੁੰਦੀ ਹੈ, ਉਹਦਾ ਸ਼ੌਕ ਪੈਦਾ ਹੁੰਦਾ ਹੈ। ਜਦੋਂ ਤੁਸੀਂ ਪੱਗ ਬੰਨੋਗੇ ਤੇ ਲੋਕ ਪੱਗ ਦੇ ਬਾਰੇ ਪੁੱਛਣਗੇ ਤੁਹਾਨੂੰ, ਫਿਰ ਉਹਨਾਂ ਦੀ ਦਿਲਚਸਪੀ ਵਧੇਗੀ। ਤੇ ਕਿਉਂਕਿ ਮਾਸ਼ਰੇ 'ਚ ਰਿਵਾਜ ਘਟਦਾ ਜਾ ਰਿਹਾ ਤੇ ਉਹਦੀ ਵਜ੍ਹਾ ਤੋਂ ਜਿਹੜਾ ਉਹ ਨਾਇਬ ਹੁੰਦੀ ਜਾ ਰਹੀ ਹੈ ਪੱਗ। ਲੇਕਿਨ ਐਸਾ ਨਹੀਂ ਹੈ ਕਿ ਬਿਲਕੁਲ ਮੁੱਕ ਗਈ ਹੈ। ਲੋਕ ਜੁੜੇ ਹੋਏ ਨੇ ਆਪਣੀ ਰਹਿਤਲ ਨਾਲ।
ਨਹੀਂ ਇਹ ਬਿਲਕੁਲ ਜਿਹੜੇ ਅੱਜ ਵੀ ਜਿਹੜੇ ਦਿਹਾਤ ਨੇ ਬਿਲਕੁਲ ਉੱਥੇ ਦੇ ਜਿਹੜੇ ਬਜ਼ੁਰਗ ਨੇ ਅੱਜ ਵੀ ਮੇਰੇ ਨਾਲ ਸਿਰ ਦੇ ਉੱਤੇ ਪਗੜੀ ਨਹੀਂ ਤੇ ਉਹ ਕੋ ਪਰਨਾ ਜਿਹਾ ਰੱਖ ਲੈਂਦੇ ਪਗੜੀ ਟਾਈਪ ਨਾ ਬਿਲਕੁਲ 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 ਉਹ ਹਾਂ। ਪੰਨਾ ਸਿਰ ਦੇ ਉੱਤੇ ਰੱਖਦੇ ਨੇ, ਲਪੇਟ ਲੈਂਦੇ ਨੇ। ਜੀ ਔਰ ਉਹਨਾਂ ਤੇ ਇਹ ਰਵਾਇਤ ਜ਼ਿੰਦਾ ਰੱਖੀਏ, ਮਗਰ ਸਾਡੇ ਜਿਹਾ ਲਾਹੌਰ ਇਹ ਬੜਾ ਮੰਨਿਆ ਹੋਇਆ ਮਤਲਬ ਸ਼ਹਿਰ ਹੈ, ਪੰਜਾਬ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਨਾ, ਤੇ ਉੱਥੇ ਇਹ ਰਿਵਾਜ ਘੱਟ ਨਹੀਂ ਗਿਆ ਬਹੁਤ ਜ਼ਿਆਦਾ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਐਸਾ ਹੀ ਇਹ ਰਿਵਾਜ ਤੇ ਜ਼ਰੂਰ ਘਟਿਆ। ਬਹਰਹਾਲ ਇਸ 21 ਫਰਵਰੀ ਵਾਲੇ ਦਾ ਦਿਨ ਜਿਹੜਾ ਇੰਟਰਨੈਸ਼ਨਲ ਤੌਰ ਤੇ ਮਨਾਇਆ ਜਾਂਦਾ ਹੈ ਅਕਵਾਮ ਮੁਤੱਹਿਦਾ ਦੇ ਪਲੇਟਫਾਰਮ ਤੋਂ, ਤਮਾਮ ਮਾਦਰੀ ਜ਼ਬਾਨਾਂ ਦਾ ਕੌਮੀ ਦਿਨ। ਤੇ ਜ਼ਾਹਿਰ ਹੈ ਕਿ 21 ਨੂੰ ਅਸੀਂ ਵੀ 21 ਫਰਵਰੀ ਨੂੰ ਪੰਜਾਬੀ ਵੀ ਆਪਣਾ ਮਾਂ ਬੋਲੀ ਦਿਹਾੜ ਮਨਾ ਰਹੇ ਹਾਂ, ਔਰ ਉਹਦੇ ਉੱਤੇ ਮਾਸ਼ਾਅੱਲਾ ਪੰਜਾਬ ਦੀ ਸਕਾਫਤ ਦਾ ਭਰਪੂਰ ਕਿਸਮ ਦਾ ਵਿਖਾਲਾ ਹੋਏਗਾ। ਉੱਥੇ ਤੁਹਾਨੂੰ ਸਾਰੇ ਜੀ ਪੱਗ 'ਚ ਨਜ਼ਰ ਆਉਣਗੇ, ਪੰਜਾਬ ਦੇ ਰਵਾਇਤੀ ਰੰਗਾਂ 'ਚ ਨਜ਼ਰ ਆਉਣਗੇ। ਅੱਛਾ ਇਹ ਕੋਈ ਤੁਸੀਂ ਕੋਈ ਇਸੇ ਤਰੀਕੇ ਨਾਲ ਚੀਜ਼ਾਂ ਅੱਗੇ ਵਧਦੀਆਂ ਨੇ। ਅੱਛਾ ਇਹ ਕੋਈ ਤੁਸੀਂ ਕੋਈ ਮੇਲਾ ਜਾਂ ਕੋਈ ਮਨਾ ਰਹੇ ਹੋ ਪੰਜਾਬੀ ਸਕਾਫਤ ਦਾ ਕੋਈ ਇਹ ਤੁਹਾਡੇ ਚਵੀਲੇ ਦੇ ਵਿੱਚ ਸਿਆਲਕੋਟ? ਜੀ ਚਵਿੰਡੇ ਵੀ ਪ੍ਰੋਗਰਾਮ ਅਸੀਂ ਹਰ ਸਾਲ ਕਰਨੇ ਆ। ਛੋਟਾ ਜਿਹਾ ਮੁਜ਼ਾਹਰਾ, ਪ੍ਰੋਟੈਸਟ ਤੇ ਬੈਠਕ ਗੁਫ਼ਤਗੂ ਸ਼ਨੀਦ ਹੁੰਦੀ ਹੈ ਪੰਜਾਬੀ ਜ਼ੁਬਾਨ ਔਰ ਪੰਜਾਬੀ ਕੌਮ ਦੇ ਮਸਾਇਲ ਤੇ। ਲੇਕਿਨ ਇਸ ਦਫਾ ਚੂੰਕਿ ਲਾਹੌਰ ਦੇ ਵਿੱਚ ਬਹੁਤ ਵੱਡਾ ਇਕੱਠਾ ਸੀ, 21 ਫਰਵਰੀ ਤੇ ਕਰ ਰਹੀਆਂ ਨੇ ਤਮਾਮ ਪੰਜਾਬੀ ਤਨਜ਼ੀਮਾਂ ਮਿਲ ਕੇ, ਔਰ ਪੰਜਾਬ ਅਸੈਂਬਲੀ ਦੇ ਸਾਹਮਣੇ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਲਈ ਭਰਪੂਰ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਹੈ ਇਸ ਦਫਾ ਸਾਡਾ 21 ਫਰਵਰੀ। ਬਹੁਤ ਅੱਛਾ। ਇਹ ਜਦੋਂ ਤੁਸੀਂ ਇਹ ਮੇਲਾ ਜਾਂ ਜਦੋਂ ਲਗਾਉਂਦੇ ਹੋ ਜਾਂ ਦਿਨ ਮਨਾਉਂਦੇ ਹੋ 21 ਫਰਵਰੀ ਦਾ, ਤੇ ਸ਼ਾਹ ਸਾਹਿਬ ਉੱਥੇ ਕੋਈ ਢੋਲ ਵੀ ਹੁੰਦਾ ਹੈ, ਕੋਈ ਸਕਾਫਤ ਜੇ ਉਹ ਵੀ ਸਾਡੀ ਸਕਾਫਤ 'ਚ ਹੀ ਆਉਂਦਾ? ਸਾਰਾ ਕੁਝ ਜੀ, ਢੋਲ ਵਾਜੇ ਭੰਗੜੇ, ਅੱਛਾ ਗਿੱਧਾ, ਝੂਮਰ, ਅੱਛਾ ਰਵਾਇਤੀ ਪੰਜਾਬ ਦੇ ਰਕਸ ਜਿਹੜੇ ਨੇ ਉਹ ਹੁੰਦੇ ਨੇ, ਠੋਲੀਆਂ ਦੀ ਸ਼ਕਲ 'ਚ ਲੋਕ ਕਰ ਰਹੇ ਹੁੰਦੇ ਨੇ। ਭਰਪੂਰ ਤਰੀਕੇ ਨਾਲ ਸਕਾਫਤ ਦਾ ਵਿਖਾਲਾ ਕੀਤਾ ਜਾਂਦਾ ਹੈ। ਸਹੀ। ਤੇ ਇਸ ਵਾਰੀ ਫਿਰ ਇਹਦਾ ਮਤਲਬ ਸਾਡਾ ਜਿਹੜਾ ਚੈਨਲ ਹੈ ਹਾਸਤਾ ਵਾਸਤਾ ਪਾਕਿਸਤਾਨ ਟੀਵੀ ਇੰਟਰਨੈਸ਼ਨਲ, ਇਹਦੀ ਕੋਈ ਉੱਥੇ ਕੋਈ ਕਵਰੇਜ ਵਗੈਰਾ ਵੀ ਕਰਕੇ ਤੁਸੀਂ ਭੇਜਣਾ ਤੇ ਇਨਸ਼ਾਅੱਲਾ ਜ਼ਰੂਰ। ਤੇ ਇੱਕ ਹੋਰ ਤਾਂ ਦੱਸੇ, ਸਾਡਾ ਆਪਣੇ ਚੈਨਲ ਹੈ, ਸਾਡਾ ਸਾਰੇ ਜਿਹੜੇ ਪੰਜਾਬੀ ਭਰਾ ਨੇ ਜਿਹੜੇ ਉਹਨਾਂ ਦਾ ਵੀ ਇਹ ਚੈਨਲ ਹੈ, ਐਸੇ ਤਰ੍ਹਾਂ ਜਿਹੜਾ ਉਰਦੂ ਸਪੀਕਿੰਗ ਉਹਨਾਂ ਦਾ ਵੀ ਚੈਨਲ ਹੈ। ਮਤਲਬ ਕਿ ਤੁਸੀਂ ਮਿਕਸ ਪ੍ਰੋਗਰਾਮ ਐਨੀ ਟਾਈਮ ਕੋਈ ਵੀ ਤੁਹਾਡਾ ਸਕਾਫਤੀ ਪ੍ਰੋਗਰਾਮ ਹੋਏ ਨਾ ਸ਼ਾਹ ਸਾਹਿਬ, ਤੇ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਅਸੀਂ ਉਹਨੂੰ ਆਪਣੇ ਚੈਨਲ ਦਾ ਹਿੱਸਾ ਬਣਾਵਾਂਗੇ। ਠੀਕ ਹੈ ਜਨਾਬ, ਬਹੁਤ ਸ਼ੁਕਰੀਆ। ਕਿਉਂਕਿ ਜ਼ਾਹਿਰ ਹੈ ਕਿ ਪੰਜਾਬੀ ਤੁਹਾਡੀ ਵੀ ਮਾਂ ਬੋਲੀ ਹੈ, ਇਹ ਤੁਹਾਡੀ ਵੀ ਜ਼ੁਬਾਨ ਹੈ, ਤੁਹਾਡਾ ਵੀ ਕਲਚਰ ਹੈ। ਇਹਦੀ ਸੇਵਾ ਜਿਵੇਂ ਸਾਡਾ ਫਰਜ਼ ਹੈ, ਹੱਕ ਹੈ, ਤੁਸੀਂ ਵੀ ਪੰਜਾਬ ਦੇ ਪੁੱਤਰ ਹੋ, ਤੁਹਾਡਾ ਵੀ ਹੱਕ ਹੈ ਇਹਦੀ ਸੇਵਾ ਕਰਨੀ, ਇਹਦੇ 'ਚ ਹਿੱਸਾ ਪਾਉਣਾ। ਤੇ ਇਨਸ਼ਾਅੱਲਾ ਅਸੀਂ ਵੀ ਤੁਹਾਡੇ ਨਾਲ ਭਰਪੂਰ ਕੋਆਪਰੇਟ ਰੱਖਾਂਗੇ। ਸਹੀ ਜ਼ਰੂਰ। ਤੁਸੀਂ ਇਹ ਬਾਕੀ ਦੋਸਤਾਂ ਨੇ ਵੀ ਪੈਗਾਮ ਹੈ ਕਿ ਇਹ ਜਿਹੜਾ ਸਾਡਾ ਚੈਨਲ ਹੈ, ਇਹ ਅਸੀਂ ਆਵਾਮ ਦੇ ਜਿੰਨੇ ਇਸ਼ੂ ਨੇ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਵੇ। ਤੇ ਜੈਸਾ ਸ਼ਾਹ ਸਾਹਿਬ ਦੇ ਨਾਲ ਮਾਸ਼ਾਅੱਲਾ ਬਹੁਤ ਪਿਆਰਾ ਤਾਲੁਕ ਹੈ ਸਾਡਾ ਇੱਕ ਲੰਬੇ ਅਰਸੇ ਤੋਂ, ਤੇ ਅੱਜ ਸ਼ਾਹ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਕੋਈ ਥੋੜਾ ਜਿਹਾ ਟਾਈਮ ਕੱਢੋ ਸਾਡੇ ਚੈਨਲ ਲਈ, ਤੇ ਉਹਨਾਂ ਦੀ ਮਿਹਰਬਾਨੀ, ਸ਼ਾਹ ਸਾਹਿਬ ਨੇ ਟਾਈਮ ਕੱਢਿਆ ਤੇ ਥੋੜ੍ਹੀਆਂ ਗੱਲਾਂ ਬਾਤਾਂ ਕੀਤੀਆਂ ਨੇ। ਮੁਮਕਿਨ ਹੈ ਤੁਹਾਨੂੰ ਵੀ ਚੰਗੀਆਂ ਲੱਗੀਆਂ ਹੋਣ। ਅਗਰ ਤੁਸੀਂ ਕੋਈ ਹੋਰ ਪੁੱਛਣਾ ਚਾਹੋ ਤਾਂ ਉਹ ਵੀ ਕਮੈਂਟਸ ਦੇ ਵਿੱਚ ਦੱਸ ਦੇਣਾ, ਤੇ ਅਸੀਂ ਸ਼ਾਹ ਸਾਹਿਬ ਇਨਸ਼ਾਅੱਲਾ ਤਾਲਾ ਸਾਡੇ ਚੈਨਲ ਨਾਲ ਜੁੜੇ ਰਹਿਣਗੇ, ਤੇ ਪਹਿਲੇ ਵੀ ਜੁੜੇ ਨੇ ਮਾਸ਼ਾਅੱਲਾ। ਤੇ ਉਹ ਤੁਹਾਡਾ ਕੋਈ ਵੀ ਮਸਲਾ ਹੋਏ, ਕੋਈ ਸੂਰਤ ਹਾਲ ਹੋਏ, ਗੱਲਬਾਤ, ਉਹ ਤੁਸੀਂ ਆਪਣੀ ਕਰ ਸਕਦੇ ਹੋ। ਕਿਉਂ ਸ਼ਾਹ ਸਾਹਿਬ? ਜੀ ਜੀ ਬਿਲਕੁਲ ਬਿਲਕੁਲ। ਤੇ ਸ਼ੁਕਰੀਆ ਸ਼ਾਹ ਸਾਹਿਬ, ਤੁਸੀਂ ਸਾਡੇ ਚੈਨਲ ਨੂੰ ਹਸਤਾ ਵਸਤਾ ਪਾਕਿਸਤਾਨ ਟੀਵੀ ਇੰਟਰਨੈਸ਼ਨਲ ਟਾਈਮ ਦਿੱਤਾ ਹੈ, ਤੇ ਇਸੇ ਤਰ੍ਹਾਂ ਦੋਸਤ। ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਤੇ ਤੁਹਾਡਾ ਹੈ ਪ੍ਰਦੇਸ਼ ਵਾਸਤੇ ਸਾਰੇ ਪੰਜਾਬੀਆਂ ਦਾ ਕਿ ਤੁਸੀਂ ਮਾਂ ਬੋਲੀ ਨਾਲ ਪਿਆਰ ਕਰਦੇ ਹੋ, ਆਪਣੀ ਧਰਤੀ ਨਾਲ ਜੁੜੇ ਹੋ, ਰਾਬਤਾ ਰੱਖਦੇ ਹੋ। ਅੱਲਾਹ ਤੁਹਾਨੂੰ ਹਸਤਾ ਵਸਤਾ ਰੱਖੇ। ਬਹੁਤ ਸ਼ੁਕਰੀਆ, ਜਜ਼ਾਕੱਲਾ। ਤੇ ਜੁੜੇ ਰਹੋ ਸਾਡੇ ਚੈਨਲ ਹਸਤਾ ਵਸਤਾ ਪਾਕਿਸਤਾਨ ਟੀਵੀ ਇੰਟਰਨੈਸ਼ਨਲ ਨਾਲ, ਤੇ ਮਿਲਾਂਗੇ ਕਿਸੇ ਅਗਲੇ ਪ੍ਰੋਗਰਾਮ।